ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਲਗਾਤਾਰ ਕਾਂਗਰਸ ਦੇ ਵਿੱਚ ਚਰਚਾਵਾਂ ਸੀ 3 ਮੈਂਬਰੀ ਕਮੇਟੀ ਦੀਆਂ ਕਿ ਉਸ ਦੇ ਸਾਹਮਣੇ ਸਾਰਿਆਂ ਦੀ ਪੇਸ਼ੀ ਹੋਣੀ ਹੈ ਤੇ ਆਖਰਕਾਰ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਵੀ ਪੇਸ਼ੀ ਹੋ ਚੁੱਕੀ ਹੈ, ਜਿਸ ਤੋਂ ਬਾਅਦ ਵੱਖੋ ਵੱਖਰੀਆਂ ਕਿਆਸਰਾਈਆਂ ਸਾਹਮਣੇ ਆ ਰਹੀਆਂ ਨੇ ਕਿ ਹੁਣ ਵੱਡੇ ਫੇਰ ਬਦਲ ਦੀ ਤਿਆਰੀ ਦੇ ਵਿੱਚ ਹੈ ਕਾਂਗਰਸ। ਪੰਜਾਬ ਦੇ ਵਿੱਚ ਕੀ ਕੁਝ ਬਦਲਿਆ ਜਾ ਸਕਦਾ ਹੈ, ਪੰਜਾਬ ਦੀ ਸਿਆਸਤ 'ਚ ਕੀ ਕੁਝ ਵੱਖਰਾ ਹੋ ਸਕਦਾ ਹੈ, ਇਸ ਦੇ ਉੱਤੇ ਡੱਲਾ ਸਾਹਿਬ ਸਾਡੇ ਨਾਲ ਨੇ। ਡੱਲਾ ਸਾਹਿਬ, ਅੱਜ ਕੈਪਟਨ ਅਮਰਿੰਦਰ ਸਿੰਘ ਵੀ ਆਖਰੀ ਪੇਸ਼ੀ ਸੀ ਜਿਹੜੀ ਹੋ ਚੁੱਕੀ ਹੈ। ਚਰਚਾਵਾਂ ਨੇ ਕਿ ਉਦੋਂ ਸ਼ਮਸ਼ੇਰ ਸਿੰਘ ਦੂਲੋਂ ਵੀ ਮੌਜੂਦ ਸੀ ਤੇ ਪ੍ਰਤਾਪ ਸਿੰਘ ਬਾਜਵਾ ਵੀ। ਕੀ ਲੱਗਦਾ ਹੈ ਅੱਜ ਦੀ ਬੈਠਕ ਦੇ ਵਿੱਚ ਕੀ ਕੁਝ ਵਾਪਰਿਆ ਹੋ? ਦੇਖੋ, ਮੈਨੂੰ ਇਹ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਨੇ ਤਾਂ ਬਾਹਰ ਆ ਕੇ ਕਹਿਤਾ ਵੀ 2022 ਦੀਆਂ ਚੋਣਾਂ ਨੂੰ ਲੈ ਕੇ ਅਸੀਂ ਸਲਾਹ ਮਸ਼ਵਰਾ ਕਰ ਰਹੇ ਸੀ। ਇੰਟਰੋਸਪੈਕਸ਼ਨ ਸ਼ਬਦ ਉਹਨਾਂ ਨੇ ਵਰਤਿਆ। ਸੋ ਆਤਮ ਮੰਥਨ ਕਹਿ ਦਿਓ ਇਹਨੂੰ ਹਿੰਦੀ 'ਚ, ਪੰਜਾਬੀ 'ਚ ਕਹਿ ਦਿਓ ਆਤਮ ਵਿਸ਼ਲੇਸ਼ਣ, ਆਤਮ ਨਿਰੀਖਣ, ਸਵੇ ਪੜਚੋਲ, ਕੱਪੜ ਛਾਣ, ਜੋ ਮਰਜ਼ੀ ਕਹਿ ਲਓ। ਪੰਜਾਬੀ ਦੇ ਬਹੁਤ ਸਾਰੇ ਸ਼ਬਦ ਹੈ, ਪੰਜਾਬੀ ਦਾ ਮੁਕਾਬਲਾ ਕੋਈ ਨਹੀਂ। ਹੁਣ ਅਸਲ ਦੇ ਵਿੱਚ ਉੱਥੇ ਇਹ ਮੀਟਿੰਗ ਦੇ ਵਿੱਚ ਕੈਪਟਨ ਅਮਰਿੰਦਰ ਨੇ ਇਸ ਤਰੀਕੇ ਦੇ ਨਾਲ ਆਪਣਾ ਪੱਖ ਰੱਖਿਆ ਹੈ ਕਿ ਜਿਹੜੇ ਵੀ ਇਲਜ਼ਾਮ ਨਾਰਾਜ਼ ਵਿਧਾਇਕਾਂ ਨੇ ਲਾਏ ਨੇ, ਅਸਲ 'ਚ ਉਹ ਇਹ ਇਲਜ਼ਾਮ ਲਾਉਣ ਦੇ ਹੱਕਦਾਰ ਨਹੀਂ ਹੈ। ਕੈਪਟਨ ਅਮਰਿੰਦਰ ਨੇ ਕਮੇਟੀ ਅੱਗੇ ਕਿਹਾ ਕਿ ਜਿੰਨੀ ਵਧੀਆ ਸਰਕਾਰ ਮੈਂ ਚਲਾ ਸਕਦਾ ਸੀ, ਇਸ ਤੋਂ ਵਧੀਆ ਸਰਕਾਰ ਨਹੀਂ ਚੱਲ ਸਕਦੀ ਸੀ। ਇਹ 'ਚ ਕੋਈ ਦੋ ਰਾਏ ਨਹੀਂ ਹੈ। ਕੋਵਿਡ ਦੇ ਮਾਮਲੇ ਦੇ ਵਿੱਚ ਕੈਪਟਨ ਅਮਰਿੰਦਰ ਦੀ ਸਰਕਾਰ ਦੂਸਰੀਆਂ ਸੂਬਾ ਸਰਕਾਰਾਂ ਨਾਲੋਂ ਠੀਕ ਰਹੀ ਹੈ। ਕੈਪਟਨ ਅਮਰਿੰਦਰ ਨੇ ਕੋਈ ਆਦਰਸ਼ ਕੰਮ ਨਹੀਂ ਕੀਤਾ। ਕੈਪਟਨ ਅਮਰਿੰਦਰ ਦੀ ਸਰਕਾਰ ਕੋਈ ਆਦਰਸ਼ਵਾਦੀ ਸਰਕਾਰ ਨਹੀਂ ਹੈ ਕਿ ਆਦਰਸ਼ ਸਥਾਪਿਤ ਕਰਤੇ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਸੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵਾਂਗੇ, ਉਹੋ ਜਿਹਾ ਦਿੱਤਾ ਨਹੀਂ ਗਿਆ। ਆ ਬਰਗਾੜੀ ਵਾਲੇ ਮਸਲੇ ਅਗਰ ਬਾਦਲ ਸਾਹਿਬ ਇਨਸਾਫ ਕਰਕੇ ਚਲੇ ਜਾਂਦੇ ਤੇ ਗੱਲ ਸਮਝ ਆਉਂਦੀ ਕਿ ਤੁਸੀਂ ਨੇੜੇ ਤੇੜੇ ਪਹੁੰਚ ਗਏ ਚੰਗੇ ਪ੍ਰਬੰਧ ਦੇ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹ ਗੱਲਾਂ ਤਾਂ ਜਿਹੜੀਆਂ ਨੇ ਇਹ ਸਿਰਫ ਇਹਨਾਂ ਲੀਡਰਾਂ ਨੇ ਕੀਤੀਆਂ ਨੇ, ਉਹਦੇ ਨੇੜੇ ਵੀ ਨਹੀਂ ਪਹੁੰਚੇ। ਹੁਣ ਕੈਪਟਨ ਅਮਰਿੰਦਰ ਕੋਵਿਡ 'ਚ ਕਿਤੇ ਨਾ ਕਿਤੇ ਅਫਸਰ ਪੰਜਾਬ ਦੇ, ਕੈਪਟਨ ਅਮਰਿੰਦਰ ਪ੍ਰਸ਼ਾਸਨ ਸਜਗ ਰਿਹਾ, ਬੰਦਿਸ਼ਾਂ ਰਹੀਆਂ ਅਤੇ ਜਿਹਦੇ ਕਰਕੇ ਦੂਸਰੇ ਸੂਬਿਆਂ ਨਾਲੋਂ ਬਚਾ ਰਿਹਾ। ਉਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕੋਈ ਵੱਡੀ ਕਾਰਗੁਜ਼ਾਰੀ ਨਹੀਂ ਹੈ। ਪਰ ਕੈਪਟਨ ਅਮਰਿੰਦਰ ਕਹਿੰਦੇ ਵੀ ਜਿਨ੍ਹਾਂ ਹਾਲਾਤਾਂ ਨਾਲ, ਜਿਨ੍ਹਾਂ ਵਿੱਤੀ ਸਾਧਨਾਂ ਦੇ ਨਾਲ, ਜਿਹੜੀ ਇਕਨੋਮਿਕ ਪੋਜੀਸ਼ਨ ਸੀ ਅਕਾਲੀ ਛੱਡ ਕੇ ਗਏ ਸੀ ਸਾਡੀ ਸਰਕਾਰ ਦੇ ਲਈ, ਉਹਨਾਂ ਹਾਲਾਤਾਂ ਦੇ ਵਿੱਚ ਔਰ ਨਰਿੰਦਰ ਮੋਦੀ ਵਰਗੀ ਕੇਂਦਰ ਦੀ ਸਰਕਾਰ ਔਰ ਬੀਜੇਪੀ ਦਾ ਦਬਾਅ, ਪੱਖਪਾਤ ਵੀ ਕਿਹਾ ਉਹਨਾਂ ਨੇ, ਕਿਉਂਕਿ ਅਕਸਰ ਕੈਪਟਨ ਅਮਰਿੰਦਰ ਇਲਜ਼ਾਮ ਲਾਉਂਦੇ ਨੇ ਕਿ ਪੰਜਾਬ ਨਾਲ ਬੀਜੇਪੀ ਪੱਖਪਾਤ ਕਰਦੀ ਹੈ, ਕੇਂਦਰ ਪੱਖਪਾਤ ਕਰਦਾ ਹੈ। ਕਿਸਾਨੀ ਅੰਦੋਲਨ, ਕੋਵਿਡ ਕਰਕੇ ਲਗਭਗ 1.5 ਸਾਲ ਤੋਂ ਅਰਥ ਵਿਵਸਥਾ ਗਿਰੀ ਹੋਈ ਹੈ। ਇਹਨਾਂ ਹਾਲਾਤਾਂ ਦੇ ਵਿੱਚ ਵੀ ਕੈਪਟਨ ਅਮਰਿੰਦਰ ਨੇ ਉੱਥੇ ਕਿਹਾ ਕਿ ਮੈਂ ਜਿਵੇਂ ਕਾਂਗਰਸ ਦੀ ਸਰਕਾਰ ਚਲਾਈ ਹੈ ਅਤੇ ਆ ਪਿੱਛੇ ਜੇ ਅਸੀਂ ਕੁਝ ਨਗਰ ਪੰਚਾਇਤਾਂ ਅਤੇ ਕੌਂਸਲਾਂ ਜਿੱਤੀਆਂ ਨੇ, ਇਸ ਤੋਂ ਚੰਗੀ ਸਰਕਾਰ ਨਹੀਂ ਚੱਲ ਸਕਦੀ। ਔਰ ਜਿਹੜੇ ਵਿਧਾਇਕ ਰੋਸ ਪ੍ਰਗਟ ਕਰ ਰਹੇ ਨੇ, ਸਵਾਲ ਖੜ੍ਹੇ ਕਰ ਰਹੇ ਨੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹਨਾਂ ਦਾ ਆਪਣਾ ਰਾਜਨੀਤਿਕ ਉਦੇਸ਼ ਹੈ, ਜਿਹਦੇ ਕਰਕੇ ਉਹ ਸਰਕਾਰ ਦੀ ਇਮੇਜ ਨੂੰ ਤਾਰ ਪੀਡੋ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਕੈਪਟਨ ਅਮਰਿੰਦਰ ਨੇ ਇਸ ਤਰੀਕੇ ਦੇ ਸੰਕੇਤ ਦਿੱਤੇ ਨੇ। ਔਰ ਇਹ ਵੀ ਗੱਲ ਹੈ, ਕਈ ਵਿਧਾਇਕਾਂ ਦਾ ਜਿਹੜਾ ਕੱਚਾ ਚਿੱਠਾ ਹੈ ਉਹ ਹਾਈ ਕਮਾਂਡ ਨੂੰ ਦੱਸਿਆ ਗਿਆ ਕਿ ਸਾਡੇ ਕਈ ਵਿਧਾਇਕ ਅਤੇ ਮੰਤਰੀ ਨੇ ਜਿਹੜੇ ਉਹ ਦੁੱਧ ਦੇ ਧੋਤੇ ਹੋਏ ਨਹੀਂ ਹੈ, ਉਹਨਾਂ ਦੇ ਉਹ ਵੀ ਦਾਗਦਾਰ ਨੇ ਜਿਹੜੇ ਸਰਕਾਰ 'ਤੇ ਸਵਾਲ ਚੱਕ ਰਹੇ ਨੇ। ਹੁਣ ਕਿਉਂਕਿ ਗੱਲ 2022 ਦੀ ਹੋ ਰਹੀ ਹੈ, ਇਹ ਸੂਤਰਾਂ ਦੇ ਹਵਾਲੇ ਨਾਲ ਗੱਲਾਂ ਆਈਆਂ ਨੇ। ਕੈਪਟਨ ਅਮਰਿੰਦਰ ਕਹਿੰਦੇ ਗੱਲ 2022 ਦੀ ਹੋਈ, ਅਤੇ ਫਿਰ ਕੈਪਟਨ ਅਮਰਿੰਦਰ ਨੇ ਇਹ ਨਹੀਂ ਦੱਸਿਆ ਵੀ ਕੀ ਹਾਈ ਕਮਾਂਡ ਨੇ ਤੁਹਾਨੂੰ ਪੁੱਛਿਆ ਵੀ ਤੁਸੀਂ ਕਿਹਾ ਸੀ ਵੀ ਮੇਰੀ ਆਖਰੀ ਚੋਣ ਹੈ 2017 ਦੀ। ਕੈਪਟਨ ਅਮਰਿੰਦਰ ਨੇ ਇਹ ਨਹੀਂ ਦੱਸਿਆ ਵੀ ਕੀ ਹਾਈ ਕਮਾਂਡ ਨੇ ਤੁਹਾਨੂੰ ਪੁੱਛਿਆ ਕੈਪਟਨ ਸਾਹਿਬ ਵੀ ਤੁਸੀਂ ਕਿਹਾ ਸੀ ਮੇਰੀ ਆਖਰੀ ਚੋਣ ਹੈ ਅਤੇ ਤੁਸੀਂ ਕਿਹਾ ਸੀ ਵੀ ਮੈਂ ਨਵੀਂ ਜਨਰੇਸ਼ਨ ਤਿਆਰ ਕਰੂੰਗਾ, ਨਵੇਂ ਵਿਧਾਇਕਾਂ ਨੂੰ ਮੌਕਾ ਦੇਵਾਂਗੇ, ਉਹਨਾਂ ਨੂੰ ਅਗਲੀ ਸਰਕਾਰ ਲਈ ਤਿਆਰ ਕਰਾਂਗੇ। ਕੈਪਟਨ ਅਮਰਿੰਦਰ ਨੇ ਇਹਦੀ ਕੋਈ ਜਾਣਕਾਰੀ ਨਹੀਂ ਦਿੱਤੀ ਵੀ ਕੀ ਉਹ ਅੰਦਰ ਦੱਸ ਕੇ ਆਏ ਨੇ ਵੀ ਉਹਨਾਂ ਨੇ ਕਿਹੜੀ ਅਗਲੀ ਲੀਡਰਸ਼ਿਪ ਤਿਆਰ ਕੀਤੀ ਹੈ ਜਾਂ ਉਹ ਆਪ ਹੀ ਚੋਣ ਲੜਨਗੇ। ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਇਹ ਜਿਹੜਾ ਨਵਾਂ ਸੀ ਮੁੱਖ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ, ਉਹ ਵੀ ਉੱਥੇ ਦਿੱਲੀ ਨਹੀਂ ਸੀਗਾ, ਪਤਾ ਲੱਗਿਆ। ਹੁਣ ਬਹੁਤ ਸਾਰੇ ਲੀਡਰਾਂ ਨੇ ਪ੍ਰਸ਼ਾਂਤ ਕਿਸ਼ੋਰ ਨੇ ਜਿਹੜੇ ਸੁਝਾਅ ਦਿੱਤੇ ਸੀ ਪਿਛਲੀ ਵਾਰੀ ਕੈਪਟਨ ਅਮਰਿੰਦਰ ਨੂੰ, ਖਬਰਾਂ ਇਹ ਨੇ ਗਗਨ ਕਿ ਲਗਭਗ 60% ਵਿਧਾਇਕ ਨੇ ਜਿਹੜੇ ਕਾਂਗਰਸ ਦੇ 78-80 ਦੇ ਵਿੱਚੋਂ 60% ਨੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਔਰ ਸਰਕਾਰ 'ਤੇ ਹਾਵੀ ਅਫਸਰਸ਼ਾਹੀ ਤੋਂ ਨਾਖੁਸ਼ੀ ਪ੍ਰਗਟ ਕੀਤੀ ਹੈ। ਮੈਂ ਅੱਗੇ ਵੀ ਗੱਲ ਕਰਦਾ ਕਿ ਵਿਧਾਇਕਾਂ ਨੇ ਕਿਸ ਰੂਪ 'ਚ ਸ਼ਿਕਾਇਤਾਂ ਲਾਈਆਂ ਨੇ ਕੈਪਟਨ ਅਮਰਿੰਦਰ ਦੀ ਸਰਕਾਰ ਦੀਆਂ। ਉਸ ਤੋਂ ਪਹਿਲਾਂ ਅੱਜ ਕੈਪਟਨ ਅਮਰਿੰਦਰ ਜਦੋਂ ਮੀਟਿੰਗ ਕਰਕੇ ਬਾਹਰ ਆਏ ਗਗਨ, ਕੈਪਟਨ ਅਮਰਿੰਦਰ ਦੀ ਪੂਰੀ ਗੱਲ ਇੱਕ ਵਾਰੀ ਸੁਣਨੀ ਬੜੀ ਜ਼ਰੂਰੀ ਹੈ। ਉਹ ਕਹਿੰਦੇ ਵੀ ਇਹ ਮੀਟਿੰਗ ਜਿਹੜੀ ਹੈ 2022 ਲਈ ਸੀ ਅਤੇ ਪਾਰਟੀ 'ਚ ਇਸ ਤਰੀਕੇ ਦੀ ਇੰਟਰੋਸਪੈਕਸ਼ਨ ਹੈ ਜਿਹੜੀ ਹੁੰਦੀ ਰਹਿੰਦੀ ਹੈ, ਅਸੀਂ ਇਕੱਠੇ ਹੋਏ ਹਾਂ
ਔਰ ਬਾਕੀ ਪੱਤਰਕਾਰ ਸਵਾਲ ਪੁੱਛਦੇ ਰਹੇ ਆ ਉੱਚੀ ਜੀ ਆਵਾਜ਼ 'ਚ। ਇੱਕ ਬੀਬੀ ਪੱਤਰਕਾਰ ਦਾ ਸਵਾਲ ਵੀ ਸਾਨੂੰ ਸੁਣ ਰਿਹਾ, ਪਰ ਕੈਪਟਨ ਅਮਰਿੰਦਰ ਨੇ ਜਵਾਬ ਨਹੀਂ ਦਿੱਤਾ ਕਿਸੇ ਦਾ। बैठक में क्या हौली हौली आराम नाल कैप्टन साहब 3 घंटे बैठक चली, क्या देखिए, कई मीटिंगें होती हैं जो इनर पार्टी के जो मसले होते हैं उनको डिस्कस करने के लिए। आज 6 महीने के बाद हमारी इलेक्शन आ रही है एंड नेचुरली हमारी डिस्कशंस कई बातों पे होती है और वही हमने इंटर पार्टी डिस्कशन किया है। सो आई एम नॉट गोइंग टू शेयर दैट विद यू जो हमारी पार्टी है। सर, आपकी पार्टी के कुछ लोग नवजोत सिंह सिद्धू ने कुछ ट्वीट किए पिछले दिनों, कहा कि जो कैंपेनिंग के दौरान वायदे किए गए थे 1 मिनट प्लीज अंडरस्टैंड। मैंने सिर्फ इतना कहना आपको कि ये हमारी इनर पार्टी डिस्कशंस हैं एंड आई डोंट प्रपोज टू शेयर इट विद यू। नंबर 1 जो है ये इसलिए की गई है बिकॉज हमारी 6 महीने के अंदर इलेक्शनें आ रही हैं एंड दिस इज इंट्रोस्पेक्शन जो हम अपनी पार्टी में करते हैं और वो ही किया है हमने। मैं कोई इशू वैक्सीनेशन को लेकर के सवाल allegation against the Punjab government over vaccination, sir. That's the ਤੜੇਲਾ ਸਭ ਚਰਚਾਵਾਂ ਇਹ ਵੀ ਸੀ ਕਿ ਜਿਹੜੀ ਕਮੇਟੀ ਦੀ ਰਿਪੋਰਟ ਸੀਗੀ ਉਹ ਸਵੇਰੇ ਹੀ ਤਿਆਰ ਹੋ ਚੁੱਕੀ ਸੀ ਕੈਪਟਨ ਅਮਰਿੰਦਰ ਸਿੰਘ ਦੇ ਪਹੁੰਚਣ ਤੋਂ ਪਹਿਲਾਂ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਤੋਂ ਬਾਅਦ ਸਿਰਫ ਮਾਮੂਲੀ ਗੱਲਾਂ ਸੀ ਜਿਨ੍ਹਾਂ ਦੇ ਵਿੱਚ ਫੇਰਬਦਲ ਕਰਨੀ ਸੀ। ਕੀ ਲੱਗਦਾ ਕਿ ਰਿਪੋਰਟ ਕਦੋਂ ਤੱਕ ਪੇਸ਼ ਹੋ ਸਕਦੀ ਹੈ ਤੇ ਕੀ ਕੁਝ ਇਸ ਰਿਪੋਰਟ ਦੇ ਵਿੱਚ ਪੇਸ਼ ਹੋ ਸਕਦਾ? ਨਹੀਂ ਦੇਖੋ, ਇਹ ਜਿਹੜੀਆਂ ਚਰਚਾਵਾਂ ਮੀਡੀਆ 'ਚ ਆਈਆਂ ਨੇ ਕਿ ਰਿਪੋਰਟ ਪਹਿਲਾਂ ਹੀ ਤਿਆਰ ਹੋ ਗਈ ਸੀ, ਅਜਿਹਾ ਨਹੀਂ ਹੈ। ਪਹਿਲਾਂ ਜਿਹੜੀ ਰਿਪੋਰਟ ਬਣੀ ਸੀ ਉਹ ਪਿਛਲੇ ਲੀਡਰਾਂ ਦੇ ਬਿਆਨਾਂ ਦੇ ਆਧਾਰ 'ਤੇ ਸੀ। ਬਹੁਤ ਸਾਰੇ ਵਿਧਾਇਕ ਸੀ, ਜਿਵੇਂ ਮੈਂ ਪਹਿਲਾਂ ਕਿਹਾ, ਕਈਆਂ ਨੇ ਸ਼ਿਕਾਇਤ ਲਾਈ ਕੈਪਟਨ ਅਮਰਿੰਦਰ ਦੀ ਸਰਕਾਰ ਦੀ। ਉਹਨਾਂ ਨੇ ਮਾਈਨਿੰਗ ਮਾਫੀਆ ਖਤਮ ਨਾ ਹੋਣ ਦੀ ਗੱਲ ਕਹੀ, ਸ਼ਰਾਬ ਮਾਫੀਆ ਦੀ ਗੱਲ ਕੀਤੀ, ਕੇਬਲ ਮਾਫੀਆ ਦੀ ਗੱਲ ਕੀਤੀ, ਟਰਾਂਸਪੋਰਟ ਮਾਫੀਆ ਦੀ ਗੱਲ ਕੀਤੀ, ਹੋਟਲ ਮਾਫੀਆ ਦੀ ਗੱਲ ਕੀਤੀ, ਘਰ ਘਰ ਨੌਕਰੀ ਨਾ ਮਿਲਣ ਦੀ ਗੱਲ ਕੀਤੀ, ਬਰਗਾੜੀ ਕੋਟਕਪੁਰਾ ਬੇਅਦਬੀ ਦੇ ਮਾਮਲਿਆਂ ਦੀ ਗੱਲ ਕੀਤੀ। ਤਮਾਮ ਇਲਜ਼ਾਮ ਉਹਨਾਂ ਨੇ ਲਾਏ ਕਿ ਫਾਰਮ ਭਰਾ ਲਏ ਸੀ ਪ੍ਰਸ਼ਾਂਤ ਕਿਸ਼ੋਰ ਦੇ ਕਹਿਣ 'ਤੇ। ਔਰ ਬਹੁਤ ਸਾਰੇ ਵਿਧਾਇਕਾਂ ਨੇ ਪ੍ਰਸ਼ਾਂਤ ਕਿਸ਼ੋਰ ਦੇ ਸੁਝਾਅ ਸੀ ਜਿਹੜੇ, ਉਹਨਾਂ ਸੁਝਾਵਾਂ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਕਿ ਉਹਨਾਂ ਸੁਝਾਵਾਂ ਕਰਕੇ ਅਸੀਂ ਜਵਾਬ ਦੇਣ ਜੋਗੇ ਨਹੀਂ। ਫਾਰਮ ਭਰਵਾ ਲਏ ਲੋਕਾਂ ਤੋਂ, ਕਿਸਾਨਾਂ ਤੋਂ ਕਰਜ਼ਾ ਮੁਕਤੀ ਦੇ ਫਾਰਮ ਭਰਵਾ ਲਏ, ਕਿਸਾਨੀ ਦੀ ਕਰਜ਼ਾ ਮਾਫੀ ਹੋਈ ਨਹੀਂ। ਸ਼ੁਰੂ 'ਚ ਕਾਂਗਰਸ ਦੇ ਸਾਰੇ ਲੀਡਰ ਕਹਿੰਦੇ ਰਹੇ ਸਮੇਤ ਮਨਪ੍ਰੀਤ ਬਾਦਲ ਕਿ ਇਹ ਵਾਅਦੇ 5 ਸਾਲਾਂ ਲਈ ਹੈ, 5 ਸਾਲਾਂ 'ਚ ਅਸੀਂ ਪੂਰੇ ਕਰ ਦਿਆਂਗੇ। ਹੁਣ ਲੋਕ ਸਵਾਲ ਪੁੱਛਣਗੇ ਕਿਸਾਨ ਕਿ 5 ਸਾਲ ਹੋਣ ਵਾਲੇ ਨੇ, ਕੀ ਸਮੁੱਚੀ ਕਰਜ਼ਾ ਮਾਫੀ ਦਾ ਵਾਅਦਾ ਤੁਸੀਂ ਪੂਰਾ ਕਰੋਗੇ? ਕਰਜ਼ਾ ਮਾਫੀ ਦਾ ਵਾਅਦਾ ਉਹ ਸੀ ਜਿਹੜਾ ਸਭ ਤੋਂ ਜ਼ਿਆਦਾ ਲੋਕਾਂ ਨੂੰ ਭਾਵਨਾਤਮਕ ਤੌਰ ਦੇ ਉੱਤੇ ਹੁਣ ਦੁੱਖ ਦੇ ਰਿਹਾ। ਲੋਕਾਂ ਨੇ ਕਰਜ਼ੇ ਨਹੀਂ ਮੋੜੇ, ਕਹਿੰਦੇ ਸੀ ਤੁਸੀਂ ਕਿਸ਼ਤਾਂ ਨਾ ਮੋੜੋ, ਅਸੀਂ ਆ ਜਾਾਂਗੇ, ਅਸੀਂ ਦੇ ਦਾਂਗੇ। ਹੁਣ ਲੋਕ ਭਾਵਨਾਤਮਕ ਰੂਪ 'ਚ ਉਹਨਾਂ ਨੂੰ ਜੁਰਮਾਨੇ ਲੱਗ ਗਏ, ਉਹਨਾਂ ਨੇ ਕਿਸ਼ਤਾਂ ਨਹੀਂ ਦਿੱਤੀਆਂ, ਉਹਨਾਂ ਨੂੰ ਨੋਟਿਸ ਆ ਗਏ। ਬਾਅਦ ਦੇ ਵਿੱਚ ਇਹ ਮਸਲੇ ਬੜੇ ਔਖੇ ਨਿਪਟੇ। ਇਸ ਕਰਕੇ ਇਹ ਗੱਲਾਂ ਐਡੀਆਂ ਆਸਾਨ ਨਹੀਂ ਸੀ। ਸਾਰੀਆਂ ਸ਼ਿਕਾਇਤਾਂ ਵਿਧਾਇਕਾਂ ਨੇ ਲਾਈਆਂ। ਔਰ ਕੈਪਟਨ ਅਮਰਿੰਦਰ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਰਿਪੋਰਟ, ਦੇਖੋ ਕੈਪਟਨ ਅਮਰਿੰਦਰ ਨੇ ਵੀ ਸਾਰੀ ਗੱਲ ਰੱਖੀ। ਕੈਪਟਨ ਅਮਰਿੰਦਰ ਨੇ ਬਹੁਤ ਸਾਰੇ ਵਿਧਾਇਕਾਂ ਬਾਰੇ ਕਿਹਾ ਕਿ ਇਹਦਾ ਸ਼ਰਾਬ ਦਾ ਕੰਮ ਹੈ, ਇਹਦਾ ਮਾਈਨਿੰਗ ਦਾ ਕੰਮ ਹੈ, ਇਹ ਅਫਸਰਾਂ ਤੋਂ ਤਾਂ ਨਾਰਾਜ਼ ਨੇ ਕਿਉਂਕਿ ਇਹ ਕੰਮ ਕਰਨ ਲੱਗਦੇ ਨੇ ਤੇ ਅਫਸਰ ਇਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ ਇਹ ਨਾ ਕਰੋ। ਸੋ ਕੈਪਟਨ ਅਮਰਿੰਦਰ ਨੇ ਆਪਣਾ ਪੱਖ ਦੱਸਿਆ। ਦੇਖੋ, ਕੈਪਟਨ ਅਮਰਿੰਦਰ ਨੇ ਆਪਣੇ ਆਪ ਨੂੰ ਛੋਟਾ ਨਹੀਂ ਪੈਣ ਦਿੱਤਾ। ਕੈਪਟਨ ਅਮਰਿੰਦਰ ਕੋਲੇ ਵੀ ਤਜਰਬਾ ਹੈ। ਪਰ ਮੈਂ ਫੇਰ ਕਹਿ ਰਿਹਾ ਕਿ ਰਿਪੋਰਟ ਹੈ ਜਿਹੜੀ ਇਹ ਕੱਲ੍ਹ ਸ਼ਨੀਵਾਰ ਔਰ ਐਤਵਾਰ ਤੱਕ ਪਹੁੰਚ ਜਾਣੀ ਹੈ ਰਾਹੁਲ ਗਾਂਧੀ ਦੇ ਟੇਬਲ 'ਤੇ, ਕਿਉਂਕਿ ਰਾਹੁਲ ਗਾਂਧੀ ਵੀ ਬਹੁਤ ਕਾਹਲਾ ਪਿਆ ਹੋਇਆ। ਰਾਹੁਲ ਗਾਂਧੀ ਤਾਂ ਆਪ ਵਿਧਾਇਕਾਂ ਨਾਲ ਮਿਲ ਰਿਹਾ, ਸਿੱਧੂ ਨਾਲ ਮੀਟਿੰਗ ਕੀਤੀ ਉਹਨਾਂ ਨੇ। ਉਹ ਸਾਰੇ ਇਸ ਮਾਮਲੇ ਦੇ ਵਿੱਚ ਕਾਫੀ ਜ਼ਿਆਦਾ ਕਾਹਲੇ ਨੇ ਕਿ ਜਲਦ ਤੋਂ ਜਲਦ ਸਾਨੂੰ ਜਿਹੜੀ ਰਿਪੋਰਟ ਹੈ ਉਹ ਸੌਂਪੀ ਜਾਵੇ ਔਰ ਅਸੀਂ ਅਗਲਾ ਫੈਸਲਾ ਜਿਹੜਾ ਕਰੀਏ। ਔਰ ਜਿਹੜੀ ਕੈਪਟਨ ਅਮਰਿੰਦਰ ਨੇ ਇੱਥੋਂ ਤੱਕ ਕਹਿਤਾ ਮੰਤਰੀ ਮੰਡਲ ਦੀ ਉਹਦੇ ਵਿੱਚ ਕਮੇਟੀ ਦੀ ਮੀਟਿੰਗ 'ਚ ਕਿ ਮੰਤਰੀ ਮੰਡਲ ਨੂੰ ਬਦਲਣਾ ਬੜਾ ਜ਼ਰੂਰੀ ਹੈ। ਹਾਈ ਕਮਾਂਡ ਸਹਿਮਤੀ ਨਹੀਂ ਦੇ ਰਹੀ ਮੰਤਰੀ ਮੰਡਲ ਨੂੰ ਬਦਲਣ ਦੀ। ਹਾਈ ਕਮਾਂਡ ਨੇ ਤਾਂ 18ਵਾਂ ਮੰਤਰੀ ਨਹੀਂ ਲੱਗਣ ਦਿੱਤਾ ਜਿਹੜਾ ਸਿੱਧੂ ਵਾਲਾ ਉਹਦਾ ਸੀ। ਹਾਈ ਕਮਾਂਡ ਕਹਿੰਦੀ ਨਹੀਂ, ਅਸੀਂ ਦੱਸਾਂਗੇ ਕਦੋਂ ਲਾਉਣਾ, ਕਿਉਂਕਿ ਸਹਿਮਤੀ ਨਹੀਂ ਸੀ ਬਣ ਰਹੀ। ਹਾਈ ਕਮਾਂਡ ਸਿੱਧੂ ਨੂੰ ਚਾਹੁੰਦੀ ਸੀ ਮੰਤਰੀ ਬਣਾਉਣਾ, ਕੈਪਟਨ ਉਦੋਂ ਮੰਨੇ ਨਹੀਂ। ਹੁਣ ਰਿਪੋਰਟ ਹੈ ਜਿਹੜੀ ਸ਼ਨੀ ਐਤਵਾਰ ਤੱਕ ਬਣ ਜਾਣੀ ਹੈ। ਔਰ ਪੁਰਾਣੀ ਰਿਪੋਰਟ ਜਿਹੜੀ ਬਣੀ ਸੀ ਉਹਦੇ 'ਚ ਕੈਪਟਨ ਅਮਰਿੰਦਰ ਦੇ ਵੇਰਵੇ ਤੋਂ ਬਾਅਦ ਕੈਪਟਨ ਅਮਰਿੰਦਰ ਦੇ ਸੁਝਾਅ, ਕੈਪਟਨ ਅਮਰਿੰਦਰ ਦਾ ਪੱਖ, ਇਹ ਵੀ ਉਸ ਰਿਪੋਰਟ 'ਚ ਜੋੜਿਆ ਜਾਣਾ ਹੈ। ਕਿਉਂਕਿ ਇੱਕ ਪਾਰਟੀ ਦੇ ਸਿਟਿੰਗ ਸੀਐਮ ਨੇ ਔਰ ਕੈਪਟਨ ਅਮਰਿੰਦਰ ਦਾ ਕਾਂਗਰਸ 'ਚ ਕੱਦ ਛੋਟਾ ਨਹੀਂ। ਉਹ ਗੱਲ ਠੀਕ ਹੈ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਇਸ ਵਾਰੀ ਕਾਰਗੁਜ਼ਾਰੀ ਨਹੀਂ ਕਰ ਸਕੀ। ਕੈਪਟਨ ਅਮਰਿੰਦਰ ਲੋਕਾਂ 'ਚ ਨਹੀਂ ਵਿਚਰੇ, ਜਿਵੇਂ ਥਾਣੇ ਚਲੇ ਗਏ ਸੀ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਨਾਲ ਲੈ ਕੇ। ਹੁਣ ਕੈਪਟਨ ਅਮਰਿੰਦਰ ਪਿੰਡਾਂ 'ਚ ਆਉਣ, ਹੁਣ ਕੈਪਟਨ ਅਮਰਿੰਦਰ ਜ਼ਮੀਨ 'ਤੇ ਆਉਣ, ਘੱਟ ਆਉਂਦੇ ਨੇ।
ਇਲਜ਼ਾਮ ਲੱਗਦੇ ਨੇ ਕੈਪਟਨ ਅਮਰਿੰਦਰ ਤੇ। ਆ ਬੀਬੀ ਪ੍ਰਨੀਤ ਕੌਰ ਨੇ ਸਿੱਧੂ ਤੇ ਇਲਜ਼ਾਮ ਲਾਤਾ ਸੀ ਵੀ ਤੂੰ ਪਟਿਆਲੇ ਨਹੀਂ ਜਾਂਦਾ ਭਾਈ, ਪਟਿਆਲੇ ਜਾ, ਕੈਪਟਨ ਅਮਰਿੰਦਰ ਨਾਲ ਮਿਲ ਕੇ ਗਿਲੇ ਸ਼ਿਕਵੇ ਦੂਰ ਕਰ। ਸੋ ਪੋਲੀਟੀਕਲ ਲੋਕ ਇੱਕ ਦੂਜੇ ਬਾਰੇ ਜਾਣਦੇ ਹੁੰਦੇ। ਨਵਜੋਤ ਕੌਰ ਸਿੱਧੂ ਕੱਢ ਲਈ ਗੱਲ, ਕਹਿੰਦੀ ਬੀਬੀ ਪ੍ਰਨੀਤ ਕੌਰ ਜੀ ਇੰਨਾ ਕੋਵਿਡ ਸੀ, ਤੁਸੀਂ ਤਾਂ ਆਪ ਨਹੀਂ ਨਿਕਲੇ ਸਾਲ ਫਾਰਮ ਹਾਊਸ ਤੋਂ, ਕਦੇ ਕਦੇ ਤੁਸੀਂ ਆਉਂਦੇ ਸੀ, ਤੇ ਤੁਸੀਂ ਸਿੱਧੂ ਤੇ ਸਵਾਲ ਕਿਵੇਂ ਚੱਕਦੇ ਹੋ? ਉਹਦੇ ਨਾਲ ਜਿਹੜੇ ਲੋਕਾਂ ਨੂੰ ਨਹੀਂ ਪਤਾ ਸੀ ਵੀ ਪ੍ਰਨੀਤ ਕੌਰ ਕੋਵਿਡ ਦੇ ਦਿਨਾਂ 'ਚ ਘੱਟ ਸਰਗਰਮ ਸੀ, ਉਹਨਾਂ ਨੂੰ ਵੀ ਪਤਾ ਲੱਗ ਗਿਆ। ਸੋ ਜਿਹੜੇ ਜਦੋਂ ਪੋਲੀਟੀਕਲ ਲੋਕ ਇੱਕ ਦੂਜੇ ਤੇ ਬਿਆਨਬਾਜ਼ੀ ਕਰਦੇ ਆ ਨਾ, ਹੁਣ ਇਹ ਦੋ ਬੀਬੀਆਂ ਦੀ ਲੜਾਈ ਵੱਖਰੀ ਸ਼ੁਰੂ ਹੋ ਗਈ, ਪ੍ਰਨੀਤ ਕੌਰ ਤੇ ਨਵਜੋਤ ਕੌਰ ਸਿੱਧੂ ਦੀ, ਔਰ ਦੋਨੇ ਧਾਕੜ ਬੀਬੀਆਂ ਨੇ। ਬੀਬੀ ਪ੍ਰਨੀਤ ਕੌਰ ਵੀ ਵਿਦੇਸ਼ ਮੰਤਰੀ ਰਹਿ ਚੁੱਕੇ ਨੇ ਸਾਬਕਾ, ਕੈਪਟਨ ਅਮਰਿੰਦਰ ਦੀ ਧਰਮ ਪਤਨੀ ਹੈ, ਔਰ ਨਵਜੋਤ ਕੌਰ ਸਿੱਧੂ ਵੀ ਸੰਸਦੀ ਸਕੱਤਰ ਰਹਿ ਚੁੱਕੇ ਨੇ, ਉਹ ਤਾਂ ਹੁਣ ਵੀ ਡਾਕਟਰ ਨੇ। ਸੋ ਸਿੱਧੂ ਬਾਰੇ ਵੀ ਉਹਨਾਂ ਨੇ ਸਵਾਲ ਦਾ ਜਵਾਬ ਦਿੱਤਾ ਵੀ ਸਿੱਧੂ ਬਿਮਾਰ ਨੇ, ਇਸ ਕਰਕੇ ਉਹ ਪਟਿਆਲੇ ਠਹਿਰੇ ਹੋਏ ਨੇ। ਤੇ ਘਰ ਤਾਂ ਪਰ ਦੇਖਿਆ ਜਾਵੇ, ਘਰ ਤਾਂ ਮੈਨੂੰ ਲੱਗਦਾ ਕਰੋੜਾਂ ਰੁਪਏ ਲਾ ਕੇ ਸਿੱਧੂ ਨੇ ਆਪਣੀ ਮਿਹਨਤ ਦੀ ਕਮਾਈ 'ਚੋਂ ਘਰ ਤਾਂ ਅੰਮ੍ਰਿਤਸਰ ਬਣਾਇਆ, ਸੋ ਉਹਨੂੰ ਛੱਡ ਕੇ ਤਾਂ ਨਹੀਂ ਆਉਂਦਾ ਗੁਰੂ ਘਰ ਨੂੰ ਸਿੱਧੂ। ਉਹ ਠੀਕ ਹੈ ਬਿਮਾਰ ਠਮਾਰ ਹੋਣਾ ਤੇ ਪਟਿਆਲੇ ਆ ਗਿਆ ਹੋਣਾ ਆਪਣੇ ਜੱਦੀ ਘਰ ਦੇ ਵਿੱਚ, ਜਿੱਥੇ ਉਹਨਾਂ ਦੇ ਬਜ਼ੁਰਗ ਸੀ, ਜਿੱਥੇ ਕਿਸੇ ਦਾ ਬਾਪ ਰਹਿੰਦਾ ਹੋਵੇ, ਉਸ ਘਰ ਦੇ ਨਾਲ ਤਾਂ ਹਰ ਕਿਸੇ ਦਾ ਮੋਹ ਹੁੰਦਾ ਹੀ ਹੈ। ਹੁਣ ਸਵਾਲ ਅੱਗੇ ਵਧਦੇ ਹਾਂ, ਜਿਹੜਾ ਤੁਹਾਡਾ ਸੀ ਰਿਪੋਰਟ ਦਾ। ਹਰੀਸ਼ ਰਾਵਤ ਨੇ ਸਵੇਰੇ ਵੀ ਕਿਹਾ ਸੀ, ਹਰੀਸ਼ ਰਾਵਤ ਦੀ ਗੱਲ ਵੀ ਸੁਣਾ ਦਿਓ। ਹਰੀਸ਼ ਰਾਵਤ ਕਹਿੰਦਾ ਵੀ ਅਸੀਂ ਰਿਪੋਰਟ ਤਿਆਰ ਕਰਕੇ ਜਲਦ ਤੋਂ ਜਲਦ ਹਾਈ ਕਮਾਨ ਨੂੰ ਦੇਵਾਂਗੇ, ਉਹਨਾਂ ਨੇ ਟਾਈਮ ਨਹੀਂ ਦੱਸਿਆ। ਪੱਤਰਕਾਰਾਂ ਨੇ ਵੀ ਸਵਾਲ ਕੀਤਾ ਵੀ ਨਵਜੋਤ ਵੀ ਕਾਨਫਰੰਸ ਹੋਈ ਹੈ, ਕੈਪਟਨ ਅਮਰਿੰਦਰ ਜੀ ਤੇ ਰਾਹੁਲ ਗਾਂਧੀ ਦੀ ਵੀਡੀਓ ਕਾਨਫਰੰਸ 'ਤੇ ਮੀਟਿੰਗ ਹੋਈ ਹੈ। ਦੇਖੋ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਕਈ ਦਿਨ ਦਿੱਲੀ ਰਿਹਾ ਤੇ ਉਹਨੇ ਕਈ ਵਾਰੀ ਮੀਟਿੰਗ ਕੀਤੀ। ਇੱਕ ਵਾਰ ਤਾਂ ਸੋਨੀਆ ਗਾਂਧੀ, ਪ੍ਰਿੰਕਾ ਗਾਂਧੀ, ਰਾਹੁਲ ਗਾਂਧੀ ਨਾਲ ਵੀ ਮੀਟਿੰਗ ਕਰਕੇ ਗਿਆ। ਕੈਪਟਨ ਅਮਰਿੰਦਰ ਭਾਵੇਂ ਇੱਕ ਦਿਨ ਲਈ ਗਏ, ਪਰ ਰਾਹੁਲ ਗਾਂਧੀ ਨਾਲ ਮੀਟਿੰਗ ਨਹੀਂ ਹੋਈ ਕੈਪਟਨ ਅਮਰਿੰਦਰ ਦੀ। ਇਹਦਾ ਮਤਲਬ ਹੈ ਕਿ ਇਸ ਮਸਲੇ 'ਚ ਰਾਹੁਲ ਗਾਂਧੀ ਔਰ ਕੈਪਟਨ ਅਮਰਿੰਦਰ ਆਪਸ 'ਚ ਨਹੀਂ ਮਿਲੇ। ਹੁਣ ਇੱਥੇ ਮੈਨੂੰ ਇਹ ਨਹੀਂ ਪਤਾ ਈਗੋ ਕਿਹਦੀ ਸੀ, ਕਿ ਰਾਹੁਲ ਗਾਂਧੀ ਨੇ ਟਾਈਮ ਨਹੀਂ ਦਿੱਤਾ ਜਾਂ ਕੈਪਟਨ ਅਮਰਿੰਦਰ ਨੇ ਟਾਈਮ ਨਹੀਂ ਦਿੱਤਾ। ਇਹ ਵੀ ਹੋ ਸਕਦਾ ਕੈਪਟਨ ਅਮਰਿੰਦਰ ਨਾ ਮਿਲਣਾ ਚਾਹੁੰਦੇ ਹੋਣ, ਇਹ ਵੀ ਹੋ ਸਕਦਾ ਰਾਹੁਲ ਗਾਂਧੀ ਨਾ ਮਿਲਣਾ ਚਾਹੁੰਦੇ ਹੋਣ, ਇਹ ਵੀ ਹੋ ਸਕਦਾ ਸੋਨੀਆ ਗਾਂਧੀ ਕਿਤੇ ਹੋਰ ਰੁੱਝੇ ਹੋਣ, ਪਰਿਵਾਰਕ ਸਮਾਗਮ 'ਚ ਕਿਸੇ ਪ੍ਰੋਗਰਾਮ 'ਚੋਂ ਨਾ ਮਿਲਣਾ ਚਾਹੁੰਦੇ ਹੋਣ, ਨਾ ਮਿਲ ਸਕੇ ਹੋਣ, ਪਰ ਮੀਟਿੰਗ ਨਹੀਂ ਹੋਈ। ਇਹ ਗੱਲ ਤੁਰੀ ਸੀ ਸੋਸ਼ਲ ਮੀਡੀਆ ਤੇ ਕਿ ਰਾਹੁਲ ਗਾਂਧੀ ਔਰ ਕੈਪਟਨ ਅਮਰਿੰਦਰ ਦੀ ਵੀਡੀਓ ਕਾਨਫਰੰਸਿੰਗ 'ਤੇ ਮੀਟਿੰਗ ਹੋਈ ਹੈ। ਉਹ ਪ੍ਰਭਾਵ ਇਸ ਕਰਕੇ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਮੀਡੀਆ 'ਚ ਖਬਰਾਂ ਆ ਰਹੀਆਂ ਨੇ ਵੀ ਸਿੱਧੂ ਮਿਲ ਕੇ ਆਇਆ ਸੋਨੀਆ ਗਾਂਧੀ ਨੂੰ, ਰਾਹੁਲ ਗਾਂਧੀ ਨੂੰ। ਸੋ ਲੋਕਾਂ ਨੂੰ ਲੱਗਦਾ ਵੀ ਕਿਤੇ ਇਹ ਨਾ ਹੋਵੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਲਾਂਭੇ ਨਾ ਕਰਦੇ। ਪਰ ਮੈਨੂੰ ਇਹ ਲੱਗਦਾ ਰਿਪੋਰਟ 2-3 ਦਿਨਾਂ ਤੱਕ ਚਲੀ ਜਾਣੀ ਹੈ। ਮੰਤਰੀ ਮੰਡਲ ਦਾ ਬਦਲਣਾ ਤੈਅ ਹੈ ਗਗਨ, ਉਹ ਮੈਂ ਸਵੇਰ ਦੇ ਪ੍ਰੋਗਰਾਮ 'ਚ ਤੁਹਾਨੂੰ ਦੱਸੂਗਾ ਕਿ ਕਿਹੜੇ-ਕਿਹੜੇ ਨਵੇਂ ਚਿਹਰੇ ਇਸ ਵਕਤ ਆਉਣਗੇ, ਕਿਹੜੇ ਨਵੇਂ ਮੰਤਰੀ ਆਉਣਗੇ, ਉਹ ਤੁਹਾਨੂੰ ਮੈਂ ਦੱਸੂਗਾ ਸੋਮਵਾਰ ਨੂੰ। ਲਗਭਗ ਉਹੀ ਮੰਤਰੀ ਆਉਣਗੇ ਨਵੇਂ ਚਿਹਰੇ ਜਿਹੜੇ, ਔਰ ਜਿਨ੍ਹਾਂ ਦੀ ਛੁੱਟੀ ਹੋਣੀ ਆ ਉਹ ਵੀ ਤੁਹਾਨੂੰ ਮੈਂ ਦੱਸੂਗਾ, ਉਹ ਵੀ ਲਗਭਗ ਉਹੀ ਹੋਣਗੇ ਜਿਹੜੇ ਮੈਂ ਸਵੇਰ ਵਾਲੇ ਪ੍ਰੋਗਰਾਮ 'ਚ ਦੱਸੂਗਾ। ਸੋ ਕਾਫੀ ਕੁਛ ਮੈਂ ਸੂਤਰਾਂ ਦੀ ਜ਼ਿੰਮੇਵਾਰੀ ਲਾਈ ਹੋਈ ਆ। ਮੇਰੇ ਸੂਤਰ ਨੇ ਜਿਹੜੇ, ਉਹ ਵੀ ਜਿਵੇਂ ਆਪਾਂ ਪਿੰਡਾਂ 'ਚ ਘਾਹ ਕੱਟਦੇ ਹਾਂ, ਇਸੇ ਤਰ੍ਹਾਂ ਉਹ ਕਾਂਗਰਸ ਦੇ ਅੰਦਰ ਤੱਕ ਇਸ ਵਕਤ ਜਾਣਕਾਰੀ ਲੈਣ 'ਚ ਰੁੱਝੇ ਹੋਏ ਨੇ। ਤੇ ਹਰੀਸ਼ ਰਾਵਤ ਉਹਨਾਂ ਦੀ ਵੀ ਗੱਲਬਾਤ ਸੁਣਾ ਦਈਏ, ਜਦੋਂ ਉਹਨਾਂ ਨੇ मीटिंग के बारे सारा कुछ दसिया कि कुछ कह रहे हैं हरीश रावत, तो सुन दिया। हमने सभी नेतागणों से पंजाब कांग्रेस के सभी विधायकगणों, सीनियर लीडर साहिबान, सबसे बातचीत की है। कल हमने जो हमारी सबसे सीनियर मोस्ट लीडर हैं श्रीमती अंबिका सोनी जी, उनसे भी बातचीत की और उन्होंने अपनी राय सीधे कांग्रेस प्रेसिडेंट को दी है, ये उन्होंने बताया है और उनका आशीर्वाद भी हमको याद, और अब सबकी राय हमको मिल चुकी है। फिर भी यदि कोई व्यक्ति कुछ बात करना चाहेंगे तो उनसे बात करेंगे। प्रताप सिंह बाजवा और शमशेर सिंह ढूलो ऑलरेडी एंटर हैं, वो पहले भी मिल चुके हैं कमेटी से। जी, उनको नहीं बुलाया है, लेकिन कोई बात कहनी होगी तो बात कर लेंगे। आज मुलाकात का आखिरी दिन है सर। हाँ, और रिपोर्ट कब तक आप लोग सौंपेंगे सर? जल्दी जल्द। सर कल राहुल गांधी ने भी आप लोगों से बात की है, आप लोगों ने राहुल गांधी से भी बात की है? आप सब कयास लगाने के लिए स्वतंत्र हैं। जहाँ न पहुँचे रवि वहाँ पहुँचे। सर आप लोग प्रेस कॉन्फ्रेंस करेंगे क्या? आज पीसी करेंगे आप लोग? ना, कुछ नहीं। आज राहुल गांधी से वीडियो कॉन्फ्रेंसिंग से कैप्टन अमरिंदर, हमारे जो अध्यक्ष हैं, अध्यक्ष जो है आज वीडियो कॉन्फ्रेंसिंग से मिल सकते हैं। 2-3 दिन के लिए बाहर जा रहे हैं, जब वो आएंगे उसके बाद हम रिपोर्ट। राहुल गांधी से वीडियो कॉन्फ्रेंसिंग से कैप्टन अमरिंदर सिंह आज मिल सकते हैं। रावत सर आज माना जाए, मैं उसकी मुझे कोई जानकारी नहीं है, आप अपने कयास लगाएं, लेकिन मैंने जो बताया आपको वही है। PPCC प्रेसिडेंट असंतोष था, कुछ बयानबाजी हुई थी,
तो हाईकमान ने कमेटी बनाई कि ताकि हम दोनों को बुला के बात सुनें। तो पहले तो 2-3 दिन उन लोगों से बात हुई। आज सीएम साहब आए थे और उन्होंने बहुत सारी चीज़ें एक्सप्लेन की हैं, तो जो एक रिपोर्ट बनाकर ऊपर भेज दी जाएगी। कब रिपोर्ट भेजेंगे सर आप लोग? कितना टाइम लेंगे आप लोग अपनी रिपोर्ट बनाने में? और कल तक भेज देंगे। क्या बड़ी लंबी मीटिंग चली सर? किन किन पहलुओं पर बात हुई सर? किन किन मुद्दों पर बात हुई? वीडियो कॉन्फ्रेंसिंग से हैं? सर क्या आज की मीटिंग में राहुल गांधी, प्रियंका गांधी और केसी वेणुगोपाल भी जुड़े थे क्या? नहीं, कोई नहीं। सर क्या क्या मुद्दे रहे, क्योंकि कैप्टन साहब के साथ काफी लंबी बात चली है आप लोगों की? किन मुद्दों पर? सर आदरणीय मुख्यमंत्री आए तो बात तो लंबी होती, छोटी तो नहीं होती, लेकिन और मुद्दे भी काफ़ी थे जो स्टेट से जुड़े हुए मुद्दे थे वो सारे। नवजोत सिंह सिद्धू पे चर्चा हुई सर? नहीं, कोई पर्टिकुलर किसी आदमी पे चर्चा की कोई जरूरत नहीं। जेपी सर संतुष्ट हैं आप लोग कैप्टन साहब की जी हाँ, सफाई से? बिल्कुल। उम्मीद हमें करें विवाद खत्म होगा? देखिए, हमारे संतुष्ट होने से मतलब नहीं होता। सवाल ये होता है कि उन्होंने बड़ी अच्छी तरह अपनी बात रखी है, जो रिपोर्ट में बनाकर ऊपर भेज देंगे। अब वो अपने आप तोलेंगे उसको कि क्या करना है। पीसीसी बदलने की बात हो रही है कि नया प्रधान पंजाब कांग्रेस को दिया जा सकता है। डिप्टी सीएम भी आ रहा है। अभी ये मैं नहीं कह सकता। अभी देखिए, कुछ जो लोग वहाँ से आए थे उन्होंने रखा कि भाई पीसीसी बननी चाहिए, क्योंकि पीसीसी अभी तक बनी नहीं है। तो अब वो क्या ऊपर फैसला लेते हैं उनको। सर मतभेद को लेके क्या कुछ बातचीत है? क्या लड़ाई रही, क्या मतभेद रहे? क्योंकि कई बातें सामने आई हैं सूत्रों वाले। देखिए, दो गुट बन गए हैं, लड़ाइयाँ हैं, खेले हैं। कोई गुट नहीं है, ठीक, कोई गुट नहीं है। आपने भी देखा होगा, कोई आदमी दूसरा, जैसे पहले मिसेस भट्टल थी या कैप्टन साहब थे, अलग अलग ग्रुप थे, ऐसा तो कोई ग्रुप नहीं है। किसी ने क्लेम भी नहीं करा। लेकिन देखिए, हमारे कोलीग रहे हैं, वो अब सुबह आए होंगे, कोई शायद खड़गे साहब से मिलने आए, क्या है तो मुझे मालूम नहीं। तो ये फॉर्मूला 44 क्या है? फॉर्मूला 44 क्या है? बाजवा साहब कह रहे हैं कि बाजवा साहब कह रहे हैं आपको एक फॉर्मूला नंबर 44 दिया है, जिससे पंजाब कांग्रेस की सारी समस्याएं हल हो जाएंगी। वो क्या है? फॉर्मूला 44 दिया है। ਤੇ ਢਿੱਲੋਂ ਸਾਹਿਬ, ਹੁਣ ਕੀ ਲੱਗਦਾ ਹੈ ਅੰਤ ਦੇ ਵਿੱਚ, ਕੀ ਲੱਗਦਾ ਹੈ ਕਿ ਜਿਹੜੀ ਅੱਜ ਬੈਠਕ ਹੋਈ ਹੈ ਇਸ ਤੋਂ ਬਾਅਦ ਕੋਈ ਹੋਰ ਬੈਠਕਾਂ ਦਾ ਦੌਰ ਤੁਰ ਸਕਦਾ ਹੈ, ਜਾਂ ਸਿਰਫ ਹੁਣ ਇਸ ਤੋਂ ਬਾਅਦ ਬੈਠਕਾਂ ਤੋਂ ਬਾਅਦ ਜਿਹੜੀ ਹਾਈਕਮਾਨ ਨਤੀਜੇ ਦੇ ਵੱਲ ਵਧੂਗੀ? ਨਹੀਂ, ਦੇਖੋ, ਇਹ ਸਿਆਸਤ ਦਾ ਇੱਕ ਪੜਾਅ ਖਤਮ ਹੋਇਆ ਹੈ। ਹੁਣ ਤੁਸੀਂ ਦੇਖੋ, ਕੱਲ ਰਾਤ ਕੈਪਟਨ ਅਮਰਿੰਦਰ ਜਦੋਂ ਰੋਟੀ ਖਾਣ ਗਏ ਸੀ ਕਿਤੇ ਗੱਡੀ 'ਚ, ਉਹਨਾਂ ਦੇ ਨਾਲ ਹੋਰ ਵੀ ਐਮਐਲਏ ਸੀਗੇ, ਕਈ ਐਮਐਲਏ ਸੀ, 4-5 ਕੈਪਟਨ ਅਮਰਿੰਦਰ ਦੀਆਂ ਤਸਵੀਰਾਂ ਆਈਆਂ ਨੇ। ਬਹੁਤ ਵੱਡੀ ਕਾਰ ਸੀ ਉਹਨਾਂ ਕੋਲੇ, ਮਹਿੰਗੀ ਕਾਰ ਹੁੰਦੀ ਅੱਜ ਕੱਲ੍ਹ ਮੁੱਖ ਮੰਤਰੀਆਂ ਕੋਲੇ, ਉਹ 'ਚ ਜਾ ਰਹੇ ਸੀ। ਉਹਨਾਂ ਨੇ ਵਿਧਾਇਕਾਂ ਨਾਲ ਕਈਆਂ ਨਾਲ ਮੀਟਿੰਗ ਕੀਤੀ, ਮਨੀਸ਼ ਤਿਵਾੜੀ ਨਾਲ ਸੀ, ਰਾਣਾ ਗੁਰਮੀਤ ਸਿੰਘ ਸੋਢੀ ਨਾਲ ਸੀ, ਕਈ ਉਹਨਾਂ ਦੇ ਨਾਲ ਸੀ। ਹੁਣ ਹੋਣਾ ਕੀ ਹੈ, ਕੈਪਟਨ ਅਮਰਿੰਦਰ ਸਿੰਘ ਬਸ ਪਹੁੰਚ ਗਏ, ਪੰਜਾਬ ਤਾਂ ਆ ਗਏ, ਉਹ ਦਿੱਲੀੋਂ ਉਸੇ ਟਾਈਮ ਹੀ ਕਹਿੰਦੇ ਚੱਲ ਪਏ ਸੀ। ਅਤੇ ਆਹ ਸ਼ਾਮ ਨੂੰ 7, ਸਵਾ 7, 7:30 ਵਜੇ ਤੱਕ ਕੈਪਟਨ ਅਮਰਿੰਦਰ ਮੁੜ ਆਏ, ਚੰਡੀਗੜ੍ਹ ਮੁੜ ਆਏ। ਹੁਣ ਹੋਣਾ ਕੀ ਹੈ, ਅੱਜ ਫੇਰ ਕੈਪਟਨ ਅਮਰਿੰਦਰ ਦੀ ਕੋਠੀ ਸੀਐਮ ਹਾਊਸ ਦੇ ਵਿੱਚ ਕਈ ਮੰਤਰੀ ਅਤੇ ਕਈ ਵਿਧਾਇਕ ਪੁੱਜ ਚੁੱਕੇ ਹੋਣਗੇ ਹੁਣ ਤੱਕ। ਹੁਣ ਨਵੇਂ ਸਿਰੇ ਦੀਆਂ ਮੀਟਿੰਗਾਂ ਦਾ ਦੌਰ ਸ਼ੁਰੂ ਹੋਣਾ ਹੈ। ਹੁਣ ਉਹ ਲੀਡਰ ਜਿਹੜੇ ਕੈਪਟਨ ਅਮਰਿੰਦਰ ਦੇ ਪੱਕੇ ਸਮਰਥਕ ਨੇ, ਉਹ ਕੈਪਟਨ ਅਮਰਿੰਦਰ ਨੂੰ 2-4 ਦਿਨ ਮਿਲਣਗੇ, ਔਰ ਕੈਪਟਨ ਅਮਰਿੰਦਰ ਵੀ ਹੁਣ ਸਭ ਨੂੰ ਸਮਾਂ ਦਊਗਾ। ਕੋਈ ਵੱਡੀ ਗੱਲ ਨਹੀਂ, ਸਵੇਰ ਨੂੰ ਖਹਿਰਾ ਵੀ ਪਹੁੰਚ ਜੇ ਫਿਰ ਕੈਪਟਨ ਅਮਰਿੰਦਰ ਦੀ ਕੋਠੀ। ਕੈਪਟਨ ਅਮਰਿੰਦਰ ਜਾਣ ਤੋਂ ਪਹਿਲਾਂ ਦਿੱਲੀ ਥਾਪੀ ਦੇ ਗਏ ਸੀ ਸੁਖਪਾਲ ਖਹਿਰਾ ਨੂੰ। ਸੋ ਸੁਖਪਾਲ ਖਹਿਰਾ ਬਾਰੇ ਵੀ ਬਹੁਤ ਸਾਰੇ ਲੋਕ ਨਾਰਾਜ਼ਗੀ ਪ੍ਰਗਟ ਕਰ ਰਹੇ ਨੇ ਵੀ ਐਡੀ ਕਾਹਲੀ ਸੁਖਪਾਲ ਖਹਿਰਾ ਕੰਧ 'ਤੇ ਕਿਉਂ ਚੜ੍ਹ ਗਿਆ ਕਾਂਗਰਸ ਦੀ, ਵੀ ਥੋੜ੍ਹਾ ਵਕਤ ਪਾਉਂਦਾ। ਸੁਖਪਾਲ ਖਹਿਰਾ ਐਡਾ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਲੀਡਰ ਸੀ, ਐਡੀ ਕਾਹਲੀ 'ਚ ਕਿਉਂ ਚਲਿਆ ਗਿਆ ਕਾਂਗਰਸ 'ਚ, ਥੋੜ੍ਹਾ ਸਬਰ ਰੱਖਦਾ ਖਹਿਰਾ। ਆ ਭਲਾਥ ਵਾਲੇ ਜਿਹੜੇ ਕਾਂਗਰਸ ਦੇ ਉੱਥੇ ਲੀਡਰ ਨੇ, ਉਹਨਾਂ ਨੇ ਤਾਂ ਕਹਿੰਦੇ ਸਵਾਲ ਵੀ ਖੜੇ ਕਰਤੇ ਖਹਿਰਾ ਸਾਹਿਬ 'ਤੇ, ਵੀ ਖਹਿਰਾ ਸਾਹਿਬ ਪਤਾ ਨਹੀਂ ਹੁਣ ਕਿੰਨੀ ਦੇਰ ਕਾਂਗਰਸ 'ਚ ਰਹਿਣਗੇ। ਕਿਉਂ? ਕਿਉਂਕਿ ਪਹਿਲਾਂ ਖਹਿਰਾ ਕਾਂਗਰਸ ਸੀ, ਫਿਰ ਚਲੇ ਗਿਆ ਆਮ ਆਦਮੀ ਪਾਰਟੀ, ਫਿਰ PDA ਬਣਿਆ, ਹੁਣ ਮੁੜ ਕੇ ਕਾਂਗਰਸ 'ਚ ਆਇਆ ਫਿਰ। ਸੋ ਇਸ ਕਰਕੇ ਲੋਕਾਂ ਨੇ ਉੱਥੇ ਫਿਰ ਸਵਾਲ ਪਤਾ ਵੀ ਖਹਿਰਾ ਸਾਹਿਬ ਹੁਣ ਕਾਂਗਰਸ 'ਚ ਪਤਾ ਨਹੀਂ ਕਿੰਨੀ ਦੇਰ ਨੇ। ਸੋ ਜਦੋਂ ਕੋਈ ਲੀਡਰ ਘਰ ਬਦਲਦਾ ਹੈ ਸਿਆਸੀ, ਫਿਰ ਉਹ ਸਵਾਲ ਖੜੇ ਹੁੰਦੇ ਨੇ ਕਿ ਉਹ ਕਿੰਨੀ ਦੇਰ ਉੱਥੇ ਹੁਣ ਹੈਗਾ। ਚਲੋ, ਵੈਸੇ ਖਹਿਰਾ ਹੁਣ ਛੇਤੀ ਕਾਂਗਰਸ ਛੱਡਦਾ ਨਹੀਂ, ਪਰ ਕੈਪਟਨ ਅਮਰਿੰਦਰ ਦੇ ਨਾਲ ਨਵੇਂ ਸਿਰੇ ਤੋਂ ਵੱਖ-ਵੱਖ ਲੀਡਰਾਂ ਦੀਆਂ ਮੀਟਿੰਗਾਂ ਦਾ ਦੌਰ ਸ਼ੁਰੂ ਹੋਊ। ਕੈਪਟਨ ਅਮਰਿੰਦਰ ਕਮੇਟੀ ਕੀ ਫੈਸਲਾ ਦਿੰਦੀ ਹੈ, ਉਹ ਜੋ ਮਰਜ਼ੀ ਫੈਸਲਾ ਦੇਵੇ, ਕੈਪਟਨ ਅਮਰਿੰਦਰ ਆਪਣੇ ਵੱਲੋਂ ਤਿਆਰੀ ਰੱਖਣਗੇ ਕਿ ਮੇਰਾ ਬਹੁਮਤ ਨਾ ਘਟੇ, ਮੇਰੇ ਨਾਲ 60 MLA ਖੜੇ ਹੋਣੇ ਚਾਹੀਦੇ ਨੇ। ਸੋ ਕੈਪਟਨ ਅਮਰਿੰਦਰ ਆਪਣੇ MLA ਦਾ ਜੁਗਾੜ ਜ਼ਰੂਰ ਕਰਨਗੇ, ਪਰ ਕੈਪਟਨ ਅਮਰਿੰਦਰ ਦਾ ਮੁੱਖ ਮੰਤਰੀ ਦਾ ਅਹੁਦਾ ਹਜੇ ਤੱਕ ਨਹੀਂ ਜਾਂਦਾ। ਮੰਤਰੀ ਆਉਣਗੇ, ਡਿਪਟੀ ਮੁੱਖ ਮੰਤਰੀ ਨਾਲ ਆਊਗਾ, ਕੌਣ ਆਊਗਾ ਮੈਂ ਸਵੇਰ ਦੇ ਪ੍ਰੋਗਰਾਮ 'ਚ ਦੱਸੂਗਾ। ਕੈਪਟਨ ਅਮਰਿੰਦਰ 2022 ਤੱਕ ਮੁੱਖ ਮੰਤਰੀ ਬਣੇ ਰਹਿਣਗੇ, ਔਰ ਜੇ ਬਦਲਾਅ ਹੋਊਗਾ ਚਿਹਰੇ ਦਾ ਮੁੱਖ ਮੰਤਰੀ ਦੇ ਤੌਰ 'ਤੇ, ਜਿਹੜਾ ਮੈਨੂੰ ਬਹੁਤ ਵੱਡੀ ਸੰਭਾਵਨਾ ਹੈ ਕਿ ਹੋਏਗਾ। ਸੋ 2022 'ਚ ਕਾਂਗਰਸ ਦੇ ਮੁੱਖ ਮੰਤਰੀ ਦਾ ਚਿਹਰਾ ਨਵਾਂ ਹੋਊਗਾ। ਉਹ ਕੌਣ ਹੋਊਗਾ, ਇਹ ਵੀ ਤੁਹਾਨੂੰ ਮੈਂ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਦੱਸੂਗਾ। ਬਿਲਕੁਲ। ਸੋ
ਲਗਾਤਾਰ ਜਿਹੜੀਆਂ ਚਰਚਾਵਾਂ ਸੀ ਉਹ ਚਰਚਾਵਾਂ ਹੁਣ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਫੁੱਲ ਸਟਾਪ ਲੱਗਿਆ ਹੈ। ਜਿਸ ਤਰ੍ਹਾਂ ਲਗਾਤਾਰ ਸਾਰੇ ਮੀਡੀਆ ਦੇ ਜੋ ਵੀ ਮੀਡੀਆ ਦੇ ਨਾਲ ਜੁੜੇ ਹੋਏ ਲੋਕ ਨੇ ਸਾਰੇ ਲਗਾਤਾਰ ਕਾਂਗਰਸ ਦੇ ਵਾਰ ਰੂਮ ਦੇ ਬਾਹਰ ਖੜੇ ਸੀ 3 ਦਿਨਾਂ ਤੋਂ। ਸੋ ਜਿਹੜਾ ਦੌਰ ਹੈ ਖਤਮ ਹੋਇਆ ਹੈ। ਹੁਣ ਜਿਹੜਾ ਦੌਰ ਪੰਜਾਬ ਦੇ ਵਿੱਚੋਂ ਸਿਆਸਤ ਚੱਲਣੀ ਹੈ, ਦਿੱਲੀ ਦੇ ਵਿੱਚੋਂ ਚੱਲਣ ਵਾਲੀ ਸਿਆਸਤ ਦਾ ਕਿਤੇ ਨਾ ਕਿਤੇ ਅੱਜ ਜਿਹੜਾ ਆਖਰੀ ਦਿਨ ਸੀ, ਆਖਰੀ ਪੜਾਅ ਸੀ, ਹੁਣ ਉੱਥੋਂ ਸਿਰਫ ਹੁਕਮ ਆਉਣੇ ਨੇ। ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਿਆਸੀ ਦੌਰ ਕਿੱਧਰ ਨੂੰ ਜਾਂਦਾ ਤੇ ਪੰਜਾਬ 2022 ਤੱਕ ਕਿੰਨੀ ਕੁ ਦਿਲਚਸਪ ਸਿਆਸਤ ਪੇਸ਼ ਕਰਦਾ ਹੈ। ਬਹੁਤ ਬਹੁਤ ਧੰਨਵਾਦ ਜੀ।